जैसा कि भजन संहिता 113 की 9 में लिखा है, वह बांझ को घर में लड़कों की आनंद करने वाली माता बनाता है। इसी वचन ने इस बहन के जीवन में काम किया। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੇਰਾ ਨਾਮ ਰਾਜਵਿੰਦਰ ਕੌਰ ਹੈ। ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ। ਅੱਜ ਮੈਂ ਤੁਹਾਨੂੰ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਦੁਸ਼ਟ ਆਤਮਾ ਤੋਂ ਆਜ਼ਾਦ ਕਰਕੇ ਮੈਰਿਜ ਦੇ 16 ਸਾਲ ਬਾਅਦ ਬੇਬੀ ਨਾਲ ਬਲੈਸ ਕੀਤਾ। ਮੇਰੀ ਗਵਾਹੀ ਕੁਝ ਇਸ ਤਰ੍ਹਾਂ ਹੈ। ਮੇਰੀ ਉਮਰ ਹੁਣ 36 ਸਾਲ ਹੈ ਔਰ 16-17 ਸਾਲ ਤੋਂ ਹੀ ਮੇਰੇ ਤੇ ਦੁਸ਼ਟ ਆਤਮਾ ਦੇ ਅਟੈਕ ਹੋਣੇ ਸ਼ੁਰੂ ਹੋ ਗਏ ਸੀ। ਦੁਸ਼ਟ ਆਤਮਾ ਦੇ ਅਟੈਕ ਕਰਕੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਮੈਂ ਘਰਦਿਆਂ ਨਾਲ ਬਹੁਤ ਲੜਾਈ ਝਗੜਾ ਕਰਦੀ ਸੀ। ਜਦੋਂ ਮੈਂ ਰਾਤ ਨੂੰ ਸੌਣਾ ਮੇਰੇ ਸਰੀਰ 'ਤੇ ਬਹੁਤ ਦਬਾਅ ਪੈਂਦਾ ਸੀ। ਉਹਦੇ ਕਰਕੇ ਮੈਂ ਕਿਸੇ ਨੂੰ ਆਵਾਜ਼ ਲਗਾਉਣੀ ਤਾਂ ਮੇਰੀ ਆਵਾਜ਼ ਨਹੀਂ ਸੀ ਨਿਕਲਦੀ। ਜਦੋਂ ਮੈਂ ਕਾਲਜ ਜਾਣਾ ਤਾਂ ਮੈਨੂੰ ਐਵੇਂ ਲੱਗਣਾ ਕਿ ਜਿਸ ਤਰ੍ਹਾਂ ਕੋਈ ਮੇਰੇ ਪਿੱਛੇ ਆ ਰਿਹਾ, ਕਿ ਮੈਨੂੰ ਮਹਿਸੂਸ ਹੁੰਦਾ ਸੀ ਕਿ ਕੋਈ ਮੇਰੇ ਨਾਲ ਹਮੇਸ਼ਾ ਕੋਈ ਚੱਲਦਾ ਪਿਆ ਵਾ, ਅਤੇ ਉਹਦੇ ਕਰਕੇ ਮੈਨੂੰ ਬਹੁਤ ਡਰ ਲੱਗਦਾ ਸੀ। ਦੁਸ਼ਟ ਆਤਮਾਵਾਂ ਕਰਕੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀ ਗਈ। ਮੰਮੀ ਮੇਰੇ ਜਗ੍ਹਾਵਾਂ 'ਤੇ ਲੈ ਕੇ ਗਏ ਪਰ ਮੈਨੂੰ ਕਿਤੋਂ ਵੀ ਕੋਈ ਫ਼ਰਕ ਨਹੀਂ ਪਿਆ, ਕੋਈ ਡਾਕਟਰ ਕੋਲ ਕੋਈ ਫ਼ਰਕ ਨਹੀਂ ਪਿਆ। ਇਸ ਤਰ੍ਹਾਂ ਹੀ ਸਮਾਂ ਲੰਘਦਾ ਗਿਆ। 2005 ਵਿੱਚ ਮੇਰੇ ਘਰਦਿਆਂ ਨੇ ਮੇਰੀ ਮੈਰਿਜ ਕਰਤੀ। ਮੈਰਿਜ ਤੋਂ ਬਾਅਦ ਵੀ ਅਟੈਕ ਵੱਧਣੇ ਸ਼ੁਰੂ ਹੋ ਗਏ। ਮੈਰਿਜ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਮੈਂ ਅਤੇ ਮੇਰੇ ਹਸਬੈਂਡ ਨੇ ਬੇਬੀ ਪਲਾਨ ਕੀਤਾ ਪਰ ਬੇਬੀ ਸਾਡੇ ਹੋ ਨਹੀਂ ਸੀ ਰਿਹਾ। ਫਿਰ ਉਹਨਾਂ ਨੇ ਮੈਨੂੰ ਗਾਇਨੇਕੋਲੋਜਿਸਟ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਮੇਰੀ ਸਕੈਨ ਕੀਤੀ, ਟੈਸਟ ਕੀਤੇ ਸਾਰੇ। ਉਹਨਾਂ ਨੇ ਮੇਰੀ ਟਿਊਬਾਂ ਚੈੱਕ ਕੀਤੀਆਂ ਔਰ ਉਹਨਾਂ ਨੇ ਦੱਸਿਆ ਕਿ ਤੁਹਾਡੀ ਟਿਊਬ ਇੱਕ ਬਲੋਕੇਜ ਹੈ ਰਾਈਟ ਸਾਈਡ ਵਾਲੀ ਔਰ ਇਨਫੈਕਸ਼ਨ ਬਹੁਤ ਜ਼ਿਆਦਾ ਵਾ, ਜਿਹਦੇ ਕਰਕੇ ਤੁਸੀਂ ਕਨਸੀਵ ਨਹੀਂ ਕਰ ਪਾ ਰਹੇ। ਉਹਨਾਂ ਨੇ ਸਾਨੂੰ ਕਈ ਦਵਾਈਆਂ ਦਿੱਤੀਆਂ। ਅਸੀਂ ਬਹੁਤ ਚਿਰ ਦਵਾਈਆਂ ਖਾਧੀਆਂ ਪਰ ਕੋਈ ਆਰਾਮ ਨਹੀਂ ਆਇਆ ਸਾਨੂੰ। ਡਾਕਟਰ ਨੇ ਸਲਾਹ ਦਿੱਤੀ ਮੇਰੇ ਅਤੇ ਮੇਰੇ ਹਸਬੈਂਡ ਨੂੰ ਕਿ ਤੁਸੀਂ ਆਪਣੇ IVF ਕਰਵਾ ਲਓ ਅਤੇ ਉਹਦਾ 4-5 ਲੱਖ ਦਾ ਖਰਚਾ ਵਾ, ਅਤੇ ਉਸ ਤੋਂ ਤੁਹਾਡੇ ਐਗ ਨਹੀਂ ਪਾਸ ਹੋ ਰਹੇ, ਨਾ ਹੀ ਤੁਹਾਡੀ ਟਿਊਬ ਵੀ ਬਲੋਕੇਜ ਹੈ। ਇਸ ਤੋਂ ਬਾਅਦ ਅਸੀਂ 2-3 ਡਾਕਟਰ ਹੋਰ ਦੀ ਸਲਾਹ ਲਈ। ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਸੀਂ IVF ਕਰਵਾ ਲਓ, ਵੀ IVF ਤੋਂ ਬਿਨਾਂ ਨਹੀਂ ਹੋ ਸਕਦਾ। ਔਰ ਨਾਲ ਉਹ ਇਹ ਵੀ ਗੱਲ ਕਹਿੰਦੇ ਸੀ ਕਿ ਕੋਈ ਗਰੰਟੀ ਨਹੀਂ ਹੈ ਕਿ IVF ਵੀ ਤੁਹਾਡਾ ਸਕਸੈਸ ਹੋਏਗਾ ਜਾਂ ਨਹੀਂ, ਵੀ ਇੰਨਾ ਪੈਸਾ ਲਾਉਣ ਦੇ ਬਾਵਜੂਦ ਵੀ ਤੁਹਾਨੂੰ ਪ੍ਰੈਗਨੈਂਸੀ ਹੋਏ ਜਾਂ ਨਾ ਹੋਏ। ਡਾਕਟਰ ਦੀ ਇਹ ਗੱਲ ਸੁਣ ਕੇ ਅਸੀਂ ਬਹੁਤ ਨਿਰਾਸ਼ ਹੋਏ। ਬੇਬੀ ਨਾ ਹੋਣ ਕਰਕੇ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਚਲੀ ਗਈ। ਮੈਂ ਰੋਂਦੀ ਹੁੰਦੀ ਸੀ। ਜਦੋਂ ਮੈਂ ਗਲੀ 'ਚ ਜਾਣਾ ਤਾਂ ਲੋਕਾਂ ਨੇ ਆਪਣੇ ਬੱਚੇ ਮੇਰੇ ਕੋਲ ਲੁਕਾ ਲੈਣੇ। ਇਹਦੇ ਕਰਕੇ ਮੈਂ ਘਰ ਆ ਕੇ ਬਹੁਤ ਜ਼ਿਆਦਾ ਰੋਣਾ, ਪਰੇਸ਼ਾਨ ਹੋਣਾ ਵਾ, ਘਰ ਆਪਣੇ ਹਸਬੈਂਡ ਨਾਲ ਲੜਨਾ ਝਗੜਾ ਕਰਨਾ ਕਿ ਮਤਲਬ ਮੇਰੇ 'ਚ ਕੀ ਐਵੇਂ ਕਮੀ ਹੈ ਕਿ ਜਿਸ ਤਰ੍ਹਾਂ ਲੋਕ ਮੇਰੇ ਕੋਲ ਬੱਚੇ ਲੁਕਾਉਂਦੇ ਆ। ਫਿਰ ਰਿਸ਼ਤੇਦਾਰਾਂ ਨੇ ਘਰ ਆ ਕੇ ਕਹਿਣਾ ਕਿ ਤੁਸੀਂ ਮੇਰੇ ਹਸਬੈਂਡ ਵੱਲੋਂ ਕਿ ਉਹਨਾਂ ਦੀ ਦੂਸਰੀ ਮੈਰਿਜ ਕਰ ਦਿਓ, ਕਿ ਇਹਦੇ ਬੇਬੀ ਨਹੀਂ ਹੋਣਾ ਹੈਗਾ, ਜਿਹਦੇ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦੀ ਸੀ। ਡਿਪਰੈਸ਼ਨ ਦੇ ਕਰਕੇ ਮੈਂ ਸਾਰਾ ਦਿਨ ਰੋਂਦੇ ਰਹਿਣਾ, ਨੀਂਦ ਨਹੀਂ ਆਉਣੀ ਮੈਨੂੰ। ਸਾਰੀ ਰਾਤ ਮੈਂ ਜਾਗਦੇ ਰਹਿਣਾ। ਇੰਨੀਆਂ ਗੋਲੀਆਂ ਖਾਣ ਦੇ ਬਾਵਜੂਦ ਵੀ ਮੈਨੂੰ ਕੋਈ ਨੀਂਦ ਨਹੀਂ ਸੀ ਆਉਂਦੀ। ਜਦੋਂ ਲੋਕ ਮੇਰੇ ਵੱਲ ਦੇਖਦੇ ਸੀ ਅਤੇ ਕਹਿੰਦੇ ਸੀ ਕਿ ਇਹਦੇ ਬੱਚਾ ਨਹੀਂ ਹੋਣਾ ਹੈਗਾ, ਤੁਸੀਂ ਗੋਦ ਲੈ ਲਓ ਬੱਚਾ। ਇਹਨਾਂ 16 ਸਾਲਾਂ ਵਿੱਚ ਮੈਂ ਇੱਕ ਵਾਰ ਵੀ ਪ੍ਰੈਗਨੈਂਟ ਨਹੀਂ ਹੋਈ। ਜਦੋਂ ਵੀ ਕਿਤੇ ਜਾਣਾ ਵੀ ਮਤਲਬ ਲੋਕਾਂ ਨੂੰ ਚੰਗਾ ਨਹੀਂ ਸਮਝਦਾ ਕਿ ਇਹ 'ਤੇ ਬਾਂਝ ਵਾਇਆ, ਇਹਦੇ ਬੱਚਾ ਨਹੀਂ ਹੈਗਾ। ਮੈਂ ਘਰੋਂ ਬਾਹਰ ਜਾਣਾ ਬੰਦ ਕਰਤਾ ਸੀ, ਰਿਸ਼ਤੇਦਾਰਾਂ ਦੇ ਜਾਣਾ ਬੰਦ ਕਰਤਾ ਸੀ ਕਿ ਮੈਨੂੰ ਕਿਤੇ ਜਾਂਦੀ ਸੀ ਅਤੇ ਬੱਚੇ ਵੱਲੋਂ ਹੀ ਸਾਰੇ ਗੱਲਾਂ ਕਰਦੇ ਸੀ, ਜਿਹਦੇ ਕਰਕੇ ਮੈਂ ਬਹੁਤ ਨਿਰਾਸ਼ ਹੁੰਦੀ ਸੀ। ਘਰ ਆ ਕੇ ਮੈਂ ਜ਼ਿਆਦਾ ਰੋਂਦੀ ਸੀ। ਕਈ ਵਾਰੀ ਜਦੋਂ ਮੈਨੂੰ ਪੀਰੀਅਡ ਆਉਣ ਵਾਲੇ ਹੁੰਦੇ ਸੀ ਤਾਂ ਮੇਰੇ ਦਿਨ ਉੱਪਰ ਹੋ ਜਾਣੇ ਅਤੇ ਮੈਨੂੰ ਲੱਗਣਾ ਕਿ ਮੈਂ ਪ੍ਰੈਗਨੈਂਟ ਹਾਂ। ਪਰ ਫਿਰ ਮੈਨੂੰ ਸੁਪਨਾ ਆਉਣਾ ਅਤੇ ਸੁਪਨੇ 'ਚ ਇੱਕ ਤੇ ਦੁਸ਼ਟ ਆਤਮਾ ਦੇ ਉਹਨੇ ਮੇਰੇ ਪੇਟ 'ਚ ਚਾਕੂ ਮਾਰ ਦੇਣਾ। ਨੈਕਸਟ ਡੇ ਮੈਨੂੰ ਪੀਰੀਅਡ ਆ ਜਾਣੇ ਅਤੇ ਮੈਂ ਬਹੁਤ ਨਿਰਾਸ਼ ਹੋਣਾ ਕਿ ਮੈਨੂੰ ਇਸ ਵਾਰ ਵੀ ਮੈਨੂੰ ਪ੍ਰੈਗਨੈਂਸੀ ਨਹੀਂ ਹੋਈ। ਇਹਨਾਂ 16 ਸਾਲਾਂ ਵਿੱਚ ਮੈਂ ਇੱਕ ਵਾਰ ਵੀ ਪ੍ਰੈਗਨੈਂਟ ਨਹੀਂ ਹੋਈ। ਮੈਨੂੰ ਲੱਗਦਾ ਹੀ ਨਹੀਂ ਸੀ ਕਿ ਮੇਰੇ ਬੇਬੀ ਹੁਣ ਹੋਣਾ ਜਾਂ ਕਿ ਨਹੀਂ ਹੋਣਾ। ਇਸ ਤੋਂ ਬਾਅਦ ਮੈਰਿਡ ਲਾਈਫ 'ਤੇ ਮੇਰਾ ਬਹੁਤ ਅਸਰ ਪਿਆ ਕਿ ਮੇਰੇ ਅਤੇ ਮੇਰੇ ਹਸਬੈਂਡ ਦੀ ਬਹੁਤ ਲੜਾਈ ਝਗੜਾ ਸ਼ੁਰੂ ਹੋ ਗਿਆ। ਲੜਾਈ ਝਗੜਾ ਹੋਣ ਕਰਕੇ ਅਸੀਂ ਇੱਕ ਦੂਸਰੇ ਨਾਲ ਬੋਲਣਾ ਬੰਦ ਕਰ ਦੇਣਾ, ਇੱਕ ਦੂਸਰੇ ਨਾਲ ਅਲੱਗ-ਅਲੱਗ ਕਮਰੇ 'ਚ ਸੌਣਾ। ਹਸਬੈਂਡ ਨੇ ਵੀ ਮੇਰੇ ਨਾਲ ਨਹੀਂ ਬੋਲਣਾ ਕਿ ਇਹਦੇ ਬੱਚੇ ਨਾ ਹੋਣ ਕਰਕੇ ਉਹਨਾਂ ਨੇ ਵੀ ਮੇਰੇ ਨਾਲ ਨਿਰਾਸ਼ ਰਹਿਣਾ ਅਤੇ ਮੈਂ ਹੋਰ ਜ਼ਿਆਦਾ ਮਤਲਬ ਕਿ ਡਿਪਰੈਸ਼ਨ 'ਚ ਜਾਈ ਜਾਣਾ। ਡਿਪਰੈਸ਼ਨ ਵਿੱਚ ਜਾਣ ਦੇ ਕਰਕੇ ਡਾਕਟਰ ਨੇ ਜੋ ਮੈਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ, ਉਹਨਾਂ ਨੇ ਮੈਨੂੰ ਮੈਡੀਸਿਨ ਦੇ ਤੌਰ 'ਤੇ 1 ਜਾਂ 2 ਗੋਲੀ ਖਾਣ ਨੂੰ ਕੀਤਾ ਸੀ ਕਿ ਤੁਹਾਨੂੰ ਨੀਂਦ ਆ ਜਾਏ, ਪਰ ਮੈਨੂੰ ਨੀਂਦ ਨਹੀਂ ਸੀ ਆਉਂਦੀ, ਜਿਹਦੇ ਕਰਕੇ ਮੈਂ ਪੂਰੀ ਗੋਲੀਆਂ ਦਾ ਪੱਤਾ ਹੀ ਖਾ ਜਾਂਦੀ ਸੀ। ਮੇਰਾ ਸਹੁਰਾ ਪਰਿਵਾਰ ਮੈਨੂੰ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਲੈ ਕੇ ਗਏ ਪਰ ਕਿਤੋਂ ਵੀ ਮੈਨੂੰ ਕੋਈ ਫ਼ਰਕ ਨਹੀਂ ਪਿਆ, ਨਾ ਹੀ ਦੁਸ਼ਟ ਆਤਮਾ ਤੋਂ ਅਤੇ ਨਾ ਹੀ ਮੈਨੂੰ ਕੋਈ ਬੱਚੇ ਦੀ ਆਸ਼ੀਸ਼ ਮਿਲੀ। ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਜੀਵਾਂ, ਮਰਨ ਨੂੰ ਦਿਲ ਕਰਦਾ ਸੀ ਕਿ ਮਤਲਬ ਇੰਨਾ ਮੈਂ ਆਪਣੀ ਲਾਈਫ ਤੋਂ ਪਰੇਸ਼ਾਨ ਹੋ ਗਈ ਸੀ। ਮੈਨੂੰ ਕੋਈ ਰਾਹ ਹੀ ਨਹੀਂ ਸੀ ਦਿਖਦਾ ਕਿ ਮੈਂ ਕਿੱਥੇ ਜਾਵਾਂ। ਇਸ ਤੋਂ ਬਾਅਦ ਜਦੋਂ ਕਿਸੇ ਬੱਚੇ ਨੂੰ ਮੈਂ ਦੇਖਣਾ ਕਿ ਉਹ ਬੱਚੇ ਨੇ ਆਪਣੀ ਮਾਂ ਨਾਲ ਗੱਲ ਕਰਨੀ, ਉਹਨੂੰ ਮਾਂ ਕਹਿਣਾ, ਅਤੇ ਮੈਨੂੰ ਬਹੁਤ ਹੋਣਾ ਕਿ ਮੇਰਾ ਵੀ ਬੱਚਾ ਹੋਏਗਾ ਅਤੇ ਮੈਂ ਵੀ ਉਹਦੇ ਨਾਲ ਖੇਲਾਂਗੀ, ਉਹ ਵੀ ਮੈਨੂੰ ਮਾਂ ਕਹੇਗਾ। ਮਤਲਬ ਇਹ ਸ਼ਬਦ ਸੁਣ ਲਈ ਮੈਂ ਬਹੁਤ ਤਰਸ ਚੁੱਕੀ ਸੀ।
ਜਦੋਂ ਵੀ ਮੈਂ ਆਪਣੇ ਪੇਕੇ ਪਰਿਵਾਰ ਜਾਣਾ ਤਾਂ ਮੈਂ ਆਪਣੀ ਮਦਰ ਨਾਲ ਕੋਈ ਵੀ ਗੱਲ ਨਹੀਂ ਸ਼ੇਅਰ ਕਰਨੀ, ਕਿਉਂਕਿ ਮੇਰੇ ਫਾਦਰ ਨਹੀਂ ਹੈਗੇ, ਉਹਦੇ ਕਰਕੇ ਉਹ ਖੁਦ ਹੀ ਪਹਿਲਾਂ ਹੀ ਬਹੁਤ ਪਰੇਸ਼ਾਨ ਰਹਿੰਦੇ ਸੀ ਔਰ ਮੇਰੇ ਵੱਲ ਦੇਖ ਕੇ ਤੇ ਉਹ ਹੋਰ ਪਰੇਸ਼ਾਨ ਹੁੰਦੇ ਸੀ ਕਿ ਇਹਦੇ ਬੇਬੀ ਨਹੀਂ ਹੈਗਾ। ਮੈਂ ਖੁਦ ਇੱਕ ਸਟਾਫ ਨਰਸ ਹਾਂ, ਮੈਡੀਕਲ ਲਾਈਨ ਦਾ ਖੁਦ ਮੈਨੂੰ ਐਕਸਪੀਰੀਅੰਸ ਸੀ, ਪਰ ਫਿਰ ਵੀ ਇਸ ਦੇ ਹੋਣ ਦੇ ਬਾਵਜੂਦ ਵੀ ਮਤਲਬ ਮੈਂ ਇਸ ਚੀਜ਼ ਤੋਂ ਨਿਕਲ ਨਹੀਂ ਸੀ ਪਾ ਰਹੀ ਕਿ ਮੇਰੇ ਬੇਬੀ ਕਿਉਂ ਨਹੀਂ ਹੋ ਰਿਹਾ, ਜਾਂ ਮੈਨੂੰ ਬਹੁਤ ਇਸ ਤਰ੍ਹਾਂ ਫੀਲ ਹੁੰਦਾ ਸੀ ਕਿ ਇੰਨਾ ਕੁਛ ਨੌਲੇਜ ਹੋਣ ਦੇ ਬਾਵਜੂਦ ਵੀ ਮੈਨੂੰ ਨਹੀਂ ਸੀ ਪਤਾ ਚੱਲ ਰਿਹਾ ਕਿ ਮੇਰੇ ਬੇਬੀ ਕਿਉਂ ਨਹੀਂ ਹੋ ਰਿਹਾ। ਇਹਨਾਂ 16 ਸਾਲਾਂ ਵਿੱਚ ਮੈਂ ਇੱਕ ਵਾਰ ਵੀ ਪ੍ਰੈਗਨੈਂਟ ਨਹੀਂ ਹੋਈ। ਮੈਨੂੰ ਲੱਗਦਾ ਹੀ ਨਹੀਂ ਸੀ ਕਿ ਮੇਰੇ ਬੇਬੀ ਹੁਣ ਹੋਣਾ ਜਾਂ ਕਿ ਨਹੀਂ ਹੋਣਾ। ਮੈਂ ਪੂਰੀ ਆਸ ਹੀ ਛੱਡ ਚੁੱਕੀ ਸੀ। ਇੱਕ ਤਾਂ ਮੈਨੂੰ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸੀ, ਦੂਸਰਾ ਮੇਰੇ ਬੇਬੀ ਨਹੀਂ ਸੀ ਤੇ ਮੈਂ ਬਹੁਤ ਪਰੇਸ਼ਾਨ ਸੀ ਕਿ ਮੈਂ ਇਹ ਚੀਜ਼ ਤੋਂ ਕਿੱਦਾਂ ਬਾਹਰ ਆਵਾਂ। ਜਿੱਥੇ ਮੈਂ ਜੌਬ ਕਰਦੀ ਸੀ ਉੱਥੇ ਮੇਰੇ ਨਾਲ ਇੱਕ ਸਿਸਟਰ ਸੀ, ਉਹਨਾਂ ਨੇ ਮੈਨੂੰ ਖਾਂਬਰਾ ਚਰਚ ਬਾਰੇ ਦੱਸਿਆ ਕਿ ਤੁਸੀਂ ਚਰਚ ਜਾਓ, ਤੁਹਾਨੂੰ ਜ਼ਰੂਰ ਫਰਕ ਪਏਗਾ, ਪਰਮੇਸ਼ਰ ਤੁਹਾਨੂੰ ਬੇਬੀ ਵੀ ਨਾਲ ਬਲੈਸ ਕਰੇਗਾ। ਤੇ ਮੈਂ ਉਹਦੀ ਗੱਲ ਸੁਣ ਕੇ ਮੈਨੂੰ ਵਿਸ਼ਵਾਸ ਹੋਇਆ। 25 ਦਸੰਬਰ 2016 ਨੂੰ ਪਹਿਲੀ ਵਾਰ ਮੈਂ ਤੇ ਮੇਰੇ ਹਸਬੈਂਡ ਖਾਂਬਰਾ ਚਰਚ ਆਏ। ਚਰਚ 'ਚ ਆਉਣ ਤੋਂ ਬਾਅਦ ਅਸੀਂ ਗਵਾਹੀਆਂ ਸੁਣੀਆਂ ਕਿ ਕਿਸੇ ਨੂੰ ਬੇਬੀ 16 ਸਾਲ ਬਾਅਦ ਪਰਮੇਸ਼ਰ ਬੇਬੀ ਦੇ ਰਿਹਾ, ਕਿਸੇ ਨੂੰ 17 ਸਾਲ ਬਾਅਦ ਦੇ ਰਿਹਾ। ਮੇਰਾ ਵਿਸ਼ਵਾਸ ਵੱਧ ਗਿਆ ਕਿ ਪਰਮੇਸ਼ਰ ਮੈਨੂੰ ਵੀ ਇੱਕ ਦਿਨ ਜ਼ਰੂਰ ਬੇਬੀ ਨਾਲ ਬਲੈਸ ਕਰਨਗੇ, ਦੁਸ਼ਟ ਆਤਮਾ ਤੋਂ ਆਜ਼ਾਦ ਕਰਨਗੇ। ਅਸੀਂ ਲਗਾਤਾਰ ਚਰਚ ਆਉਂਦੇ ਰਹੇ, ਪਰਮੇਸ਼ਰ ਨਾਲ ਜੁੜੇ ਰਹੇ, ਪਰਮੇਸ਼ਰ ਦੇ ਵਚਨਾਂ 'ਤੇ ਚੱਲਦੇ ਰਹੇ। 12 ਫਰਵਰੀ 2017 ਵਿੱਚ ਜਦੋਂ ਅਸੀਂ ਖਾਂਬਰਾ ਚਰਚ ਵਿੱਚ ਆਏ ਤਾਂ ਪਰਮੇਸ਼ਰ ਦੇ ਦਾਸ ਨੇ ਮਾਸ ਪ੍ਰੇਅਰ ਦੇ ਦੌਰਾਨ ਕਲੀਸਿਆ ਵਿੱਚ ਆ ਕੇ ਮੇਰੇ ਤੇ ਸਿਰ ਤੇ ਹੱਥ ਰੱਖ ਕੇ ਪ੍ਰੇਅਰ ਕੀਤੀ। ਉਸੇ ਟਾਈਮ ਮੈਨੂੰ ਆਉਣ ਲੱਗਾ ਜਿਵੇਂ ਮੇਰੇ ਵਿੱਚ ਕੋਈ ਚੀਜ਼ ਬਾਹਰ ਨਿਕਲ ਕੇ ਗਈ ਹੈ ਤੇ ਉਸ ਤੋਂ ਬਾਅਦ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋ ਗਈ। ਦੁਨੀਆ ਵਸਾਈਏ ਨਾ ਵਿੱਚ ਨਜ਼ਰਾਂ ਦੇ, ਦੁਨੀਆ ਵਸਾਈਏ ਨਾ ਰੋਗ ਮੌਤ ਵਾਲਾ ਜ਼ਿੰਦਗੀ ਨੂੰ ਲਾਈਏ ਨਾ, ਰੋਗ ਮੌਤ ਵਾਲਾ ਜ਼ਿੰਦਗੀ ਨੂੰ ਲਾਈਏ ਨਾ, ਯਿਸੂ ਬਾਕੀ ਉੱਤੇ ਨਜ਼ਰਾਂ ਟਿਕਾਈਏ। ਜਦੋਂ ਮੈਂ ਦੁਸ਼ਟ ਆਤਮਾ ਤੋਂ ਆਜ਼ਾਦ ਹੋਈ ਉਸ ਤੋਂ ਬਾਅਦ ਮੈਂ ਬਹੁਤ ਹੈਰਾਨ ਹੋਈ ਤੇ ਮੇਰਾ ਵਿਸ਼ਵਾਸ ਹੋਰ ਵੱਧ ਗਿਆ ਕਿ ਪਰਮੇਸ਼ਰ ਜੇ ਮੈਨੂੰ ਦੁਸ਼ਟ ਆਤਮਾ ਤੋਂ ਆਜ਼ਾਦ ਕਰ ਸਕਦਾ ਤਾਂ ਮੈਨੂੰ ਬੇਬੀ ਨਾਲ ਵੀ ਬਲੈਸ ਕਰ ਸਕਦਾ। ਤੇ ਮੈਂ ਲਗਾਤਾਰ ਆਉਣਾ ਸ਼ੁਰੂ ਕਰਤਾ ਚਰਚ ਤੇ ਮੈਂ ਲਗਾਤਾਰ ਪਰਮੇਸ਼ਰ ਦੇ ਵਿੱਚ ਬਣੀ ਰਹੀ, ਪਰਮੇਸ਼ਰ ਦੇ ਵਚਨਾਂ 'ਤੇ ਚੱਲਦੀ ਰਹੀ। 25 ਅਕਤੂਬਰ 2020 ਨੂੰ ਮੈਂ ਘਰ ਬੈਠ ਕੇ ਆਨਲਾਈਨ ਪ੍ਰੇਅਰ ਦੇਖਦੀ ਪਈ ਸੀ। ਉਸੇ ਦੌਰਾਨ ਪਰਮੇਸ਼ਰ ਦਾਸ ਨੇ ਪ੍ਰੇਅਰ ਕੀਤੀ ਕਿ ਤੁਹਾਡੇ ਬੰਦ ਗਰਭ ਬੰਦ ਨਾਲੀਆਂ ਖੁੱਲ ਰਹੀਆਂ ਵਾ। बड़े काम परमेश्वर करने जा रहे हैं, बड़े काम मैंने कहा वो करने जा रहे हैं। आपकी नाड़ियों को वो खोल देगा, आपके बंद गर्भ को वो खोल देगा। आप इस अनॉइंटिंग के नीचे आप ब्लेस हो, मैंने कहा यीशु मसीह के नाम में। अगर आप बिलीव करें तो, अगर आप बिलीव करें तो आमीन। मैं अपने पेट ते हथ रख के रिसीव किया। ਜਦੋਂ ਮੈਂ ਅਗਲੇ ਦਿਨ ਚੈੱਕ ਕੀਤਾ ਤਾਂ ਮੇਰਾ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਆਇਆ। ਇਹਨਾਂ 16 ਸਾਲਾਂ ਦੇ ਵਿੱਚ ਜਦੋਂ ਮੈਂ ਪਹਿਲੀ ਵਾਰੀ ਆਪਣੇ ਪ੍ਰੈਗਨੈਂਸੀ ਟੈਸਟ ਪੋਜ਼ਿਟਿਵ ਦੇਖਿਆ ਤੇ ਮੈਂ ਬਹੁਤ ਹੈਰਾਨ ਹੋਈ, ਮੈਂ ਬਹੁਤ ਖੁਸ਼ ਹੋਈ। ਮੈਨੂੰ ਜਦੋਂ ਮੇਰੇ ਹਸਬੈਂਡ ਨੂੰ ਤੇ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ ਤੇ ਅਸੀਂ ਬਹੁਤ ਹੈਰਾਨ ਹੋਏ, ਮੇਰੇ ਹਸਬੈਂਡ ਬਹੁਤ ਹੈਰਾਨ ਹੋਏ ਤੇ ਸਾਡੇ ਅੱਖਾਂ 'ਚ ਅੱਥਰੂ ਆ ਗਏ। ਸਾਨੂੰ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਅਸੀਂ ਦੋਨਾਂ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਕਿ ਪਰਮੇਸ਼ਰ ਨੇ ਸਾਡੀ ਇੰਨੀ ਦੇਰ ਬਾਅਦ ਸਾਡੀ ਸ਼ਰਮਿੰਦਗੀ ਨੂੰ ਦੂਰ ਕੀਤਾ। 24 ਮਈ 2021 ਨੂੰ ਪਰਮੇਸ਼ਰ ਨੇ ਮੈਨੂੰ ਮੈਰਿਜ ਦੇ 16 ਸਾਲ ਬਾਅਦ ਇੱਕ ਹੈਲਦੀ ਬੇਬੀ ਬॉय ਨਾਲ ਬਲੈਸ ਕੀਤਾ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਨ੍ਹਾਂ ਭੈਣਾਂ ਦੇ ਅਜੇ ਬੇਬੀ ਨਹੀਂ ਆ ਉਹ ਪਰਮੇਸ਼ਰ 'ਚ ਆਉਣ, ਪਰਮੇਸ਼ਰ 'ਤੇ ਵਿਸ਼ਵਾਸ ਰੱਖਣ, ਕਿਉਂਕਿ ਪਰਮੇਸ਼ਰ ਸਭ ਕੁਝ ਕਰਨ ਦੀ ਸਾਮਰਥ ਰੱਖਦਾ ਹੈ। ਉਹ ਜ਼ਿੰਦਾ ਪਰਮੇਸ਼ਰ ਹੈ, ਉਹ ਨੇੜੇ ਹੋ ਕੇ ਸੁਣਨ ਵਾਲਾ ਪਰਮੇਸ਼ਰ ਹੈ।
ਜਿਸ ਤਰ੍ਹਾਂ ਉਹਨੇ ਮੇਰੀ ਸ਼ਰਮਿੰਦਗੀ ਨੂੰ ਦੂਰ ਕੀਤਾ, ਉਹ ਤੁਹਾਡੀ ਵੀ ਸ਼ਰਮਿੰਦਗੀ ਨੂੰ ਦੂਰ ਕਰੇਗਾ ਤੇ ਤੁਹਾਨੂੰ ਬੱਚੇ ਦੇ ਨਾਲ ਬਲੈਸ ਕਰੇਗਾ। ਇਸ ਵੱਡੀ ਆਸ਼ੀਸ਼ ਦੇ ਲਈ ਮੈਂ ਪਰਮੇਸ਼ਰ ਦਾ ਤੇ ਪਰਮੇਸ਼ਰ ਦੇ ਦਾਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ। परमेश्वर के दास के द्वारा टीचिंग्स को सुनने के लिए, अनाउंसमेंट्स और अपडेट्स को जानने के लिए आप हमारे YouTube चैनल को सब्सक्राइब करें और साथ में बेल आइकन को दबाएं ताकि जब भी कोई नई अपडेट हो तो आप सबसे पहले जान सकें।